ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ। ਬਿਖਮ ਨਦੀ ਜਾਏ ਤਰਨੀ ਤੂੰ मेरो ਮੇਰ ਪਰਬਤ ਸੁਆਮੀ। ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ। ਰੱਖ ਲੀਨੀ ਹਰ ਮੇਰੀ। ਧੰਨ ਵਾਹਿਗੁਰੂ ਜੀ। ਬਸੰਤ ਮਹਲਾ ਨੌਵਾਂ। ਕਹਾ ਭੁੱਲਿਓ ਰੇ ਝੂਠੇ ਲੋਭ ਲਾਗ। ਕਾਸ਼ ਬਿਗੜਿਓ ਨਾਹਿਨ ਅਜਹੋਂ ਜਾਗ। ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ। ਕਾਸ਼ ਬਿਗੜਿਓ ਨਾਹਿਨ ਅਜਹੋਂ ਜਾਗ। ਰਹਾਉ ਸਮ ਸੁਪਨੈ ਕੈ ਇਹੋ ਜਗ ਜਾਨ। ਬਿਨਸੈ ਛਿਨ ਮੈਂ ਸਾਚੀ ਮਾਨ। ਸੰਗ ਤੇਰੇ ਹਰ ਬਸਤ ਨੀਤ। ਨਿਸ ਬਾਸੁਰ ਭਜ ਤਾਹੇ ਮੀਤ। ਬਾਰਵੰਤ ਕੀ ਹੋਏ ਸਹਾਇ। ਕਹੋ ਨਾਨਕ ਗੁਣ ਤਾਕੇ ਗਾਇ। ਬਾਰਵੰਤ ਕੀ ਹੋਏ ਸਹਾਇ। ਕਹੋ ਨਾਨਕ ਗੁਣ ਤਾਕੇ ਗਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਮੁਬਾਰਕ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਬੜੀ ਇਕਾਗਰਤਾ ਸਤਿਕਾਰ ਸਹਿਤ ਗੁਰੂ ਦਰਬਾਰ ਵਿੱਚ ਸੱਜ ਕੇ ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਉਪਰੰਤ ਆਪ ਜੀ ਨੇ ਦਾਸ ਪਾਸੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1187 ਉੱਪਰ ਰਾਗ ਬਸੰਤ ਦੇ ਵਿੱਚ ਸਤਿਗੁਰੂ ਦਾ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਦਰਜ ਹੈ। ਇਸ ਰਾਗ ਵਿੱਚ ਕੁੱਲ ਸਤਿਗੁਰੂ ਮਹਾਰਾਜ ਦੇ 5 ਸ਼ਬਦ ਹਨ ਔਰ ਗਿਣਤੀ ਵਿੱਚ 5ਵਾਂ ਸ਼ਬਦ ਹੈ। 9ਵੇਂ ਪਾਤਸ਼ਾਹ ਮਹਾਰਾਜ ਦੀ ਮੁਬਾਰਕ ਬਾਣੀ, ਜਿਸ ਨੂੰ ਪਹਿਲੇ ਦੀਵਾਨਾਂ ਵਿੱਚ ਵੀ ਲੜੀਵਾਰ ਵਿਚਾਰਨ ਦਾ ਇਹ ਯਤਨ, ਇਹ ਕੋਸ਼ਿਸ਼ ਸਤਿਗੁਰੂ ਦੀ ਮਿਹਰਮਤ ਸਦਕਾ ਕੀਤੀ ਜਾ ਰਹੀ ਹੈ। ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਆਪ ਜੀ ਨੇ ਸਤਿਗੁਰੂ ਪਾਤਸ਼ਾਹ ਦਾ ਇਹ ਪਾਵਨ ਉਪਦੇਸ਼ ਪਾਠ ਰੂਪ ਵਿੱਚ ਸੁਣਿਆ ਹੈ। ਕਹਾ ਭੂਲਿਓ ਰੇ ਝੂਠੇ ਲੋਭ ਲਾਗ, ਕਾਸ਼ ਬਿਗੜਿਓ ਨਾਹਿਨ ਅਜਹੋਂ ਜਾਗ। ਜਦੋਂ ਸਤਿਗੁਰੂ ਭੁੱਲਣ ਦੀ ਗੱਲ ਕਰਦੇ ਨੇ ਵੀ ਤੂੰ ਜੀਵਨ ਦਾ ਆਹ ਪੱਖ ਭੁੱਲ ਗਿਆ, ਭੁੱਲਣਾ ਉਸੇ ਨੂੰ ਕਿਹਾ ਜਾਂਦਾ ਹੈ ਜਿਹੜੀ ਚੀਜ਼ ਸਾਡੇ ਚਿੰਤਨ ਦਾ ਹਿੱਸਾ ਨਾ ਰਹੇ, ਜਿਹੜੀ ਚੀਜ਼ ਸਾਡੇ ਚੇਤੇ 'ਚੋਂ ਵਿਸਰ ਜਾਏ, ਨਿਕਲ ਜਾਏ, ਉਹਨੂੰ ਅਸੀਂ ਕਹਿੰਦੇ ਅਸੀਂ ਭੁੱਲ ਗਏ। ਅਤੇ ਜਿਹੜੀ ਚੀਜ਼ ਸਾਡੇ ਚੇਤੇ ਦਾ ਹਿੱਸਾ ਨਾ ਬਣੇ ਉਹ ਸਾਡੇ ਕਾਰ ਵਿਹਾਰ ਦਾ ਹਿੱਸਾ ਵੀ ਨਹੀਂ ਬਣਦੀ। ਜਿਵੇਂ ਮੈਂ ਇੱਕ ਕਾਮਨ ਆਮ ਉਦਾਹਰਣ ਕਈ ਵਾਰ ਦਿੱਤੀ ਹੈ। ਬੰਦਾ ਘਰ ਤੋਂ ਕਿਧਰੇ ਬਾਹਰ ਬਾਜ਼ਾਰ ਜਾ ਰਿਹਾ ਹੋਵੇ ਅਤੇ ਘਰ ਦੇ ਕਈ ਵਾਰ ਦਰਵਾਜ਼ੇ ਵਿੱਚ ਆਪਾਂ ਚਲੇ ਜਾਈਏ ਅਤੇ ਆਵਾਜ਼ ਦਿੰਦੇ ਨੇ ਵੀ ਆਹ ਚੀਜ਼ ਲਈ ਆਇਓ, ਆਪਾਂ ਹੱਥ ਖੜ੍ਹਾ ਕਰਦੇ ਵੀ ਠੀਕ ਹੈ ਮੈਂ ਸੁਣ ਲਿਆ, ਪਰ ਵਾਪਸ ਆਉਂਦਿਆਂ ਸਾਨੂੰ ਖਾਲੀ ਹੱਥ ਵੇਖ ਕੇ ਉਹ ਪ੍ਰਸ਼ਨ ਕਰਦੇ ਨੇ, ਸਵਾਲ ਕਰਦੇ ਨੇ ਕਿ ਤੁਹਾਨੂੰ ਇਹ ਸੁਨੇਹਾ ਦਿੱਤਾ ਸੀ। ਅਸੀਂ ਉੱਥੇ ਇੱਕੋ ਗੱਲ ਕਹਿੰਦੇ, ਮੈਨੂੰ ਚੇਤਾ ਭੁੱਲ ਗਿਆ। ਹੁਣ ਕਾਰਜ ਕਿਉਂ ਨਹੀਂ ਹੋ ਸਕਿਆ, ਇੰਪਲੀਮੈਂਟ ਕਿਉਂ ਨਹੀਂ ਹੋ ਸਕੀ ਗੱਲ? ਕਿਉਂਕਿ ਚਿੰਤਨ ਵਿੱਚ ਨਹੀਂ ਰਹੀ, ਚੇਤੇ ਵਿੱਚ ਨਹੀਂ ਰਹੀ। ਇਸ ਵਾਸਤੇ ਸਤਿਗੁਰੂ ਜਿਸ ਵੇਲੇ ਆਖਦੇ ਨੇ ਨਾ ਵੀ ਤੂੰ ਪਰਮੇਸ਼ਰ ਨੂੰ ਭੁੱਲ ਚੁੱਕਿਆ ਹੈ, ਅਤੇ ਉਸ ਦਾ ਭਾਵ ਇਕੱਲਾ ਇਹ ਨਹੀਂ ਹੈ ਵੀ ਬੰਦੇ ਦੀ ਜ਼ਬਾਨ 'ਤੇ ਹੀ ਰੱਬ ਹੋਵੇ, ਜਾਂ ਮਨੁੱਖ ਕੇਵਲ ਬਾਹਰੀ ਤੌਰ 'ਤੇ ਦਾਅਵਾ ਹੀ ਕਰਦਾ ਹੋਵੇ ਕਿ ਮੈਂ ਰੱਬ ਨੂੰ ਮੰਨਣ ਵਾਲਾ, ਮੈਂ ਆਸਤਕ ਮਨੁੱਖ ਹਾਂ। ਇਸ ਦਾ ਇਹ ਭਾਵ ਨਹੀਂ। ਇਸ ਦਾ ਭਾਵ ਹੈ ਵੀ ਜਿਹੜੀ ਚੀਜ਼ ਤੇਰੇ ਕਰਮ ਦਾ ਭਾਗ ਨਹੀਂ ਬਣੀ, ਇਹਦਾ ਮਤਲਬ ਹੈ ਤੇਰੇ ਚੇਤੇ ਵਿੱਚ ਵੀ ਨਹੀਂ ਹੋਏਗੀ। ਸਤਿਗੁਰੂ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਇਬਾਦਤ ਦਾ, ਰੱਬ ਦੇ ਪਿਆਰ ਦਾ ਬੜਾ ਡੂੰਘਾ ਅਰਥ ਲੈਂਦੇ ਨੇ, ਜਿਹੜਾ ਸਾਡੇ ਸਮੁੱਚੇ ਜੀਵਨ ਵਿੱਚ ਪਸਰਿਆ ਹੋਇਆ ਹੈ। ਹੁਣ ਇੱਥੇ ਵੀ ਸਤਿਗੁਰੂ ਮਹਾਰਾਜ ਨੇ ਸਾਨੂੰ ਇਹੀ ਪ੍ਰੇਰਣਾ ਵੀ ਕੀਤੀ ਹੈ ਅਤੇ ਸਾਡੀ ਹਾਲਤ ਵੀ ਦੱਸੀ ਹੈ। ਹਜ਼ੂਰ ਫਰਮਾਉਂਦੇ ਨੇ ਕਹਾ ਭੁੱਲਿਓ ਰੇ, ਕਿੱਥੇ ਭੁੱਲ ਗਿਆ ਹੈ, ਕਿਉਂ ਭੁੱਲ ਗਿਆ ਹੈ? ਝੂਠੇ ਲੋਭ ਲਾਗ, ਇਹ ਸ਼ਬਦ ਬੜੀ ਵਾਰ ਆਉਂਦੇ ਨੇ। ਝੂਠਾ ਲੋਭ, ਇਹਦਾ ਮਤਲਬ ਕੋਈ ਸੱਚਾ ਲੋਭ ਵੀ ਹੁੰਦਾ ਹੈ, ਐਸਾ ਅਰਥ ਨਹੀਂ ਹੈ ਇਹਦਾ। ਜਦੋਂ ਇਹ ਸ਼ਬਦ ਇਕੱਠੇ ਆ ਜਾਣ ਤਾਂ ਕਈ ਵਾਰ ਸਾਡੇ ਅੰਦਰ ਇਹ ਸੰਸਾ ਪੈਦਾ ਹੋ ਜਾਂਦਾ ਹੈ, ਸਵਾਲ ਪੈਦਾ ਹੁੰਦਾ ਵੀ ਇਹ ਝੂਠੇ ਲੋਭ ਦਾ ਮਤਲਬ ਹੋਇਆ ਵੀ ਉਹ ਲੋਭ ਜਿਹੜਾ ਝੂਠਾ ਹੈ, ਕੀ ਕੋਈ ਸੱਚਾ ਲੋਭ ਵੀ ਹੁੰਦਾ ਹੋਏਗਾ? ਨਹੀਂ, ਇੱਥੇ ਸ਼ਬਦਾਂ ਨੂੰ ਸੰਧੀ ਨਿਸ਼ੇਧ ਕਰਨਾ ਹੁੰਦਾ। ਇਹਦਾ ਭਾਵ ਹੁੰਦਾ ਹੈ ਝੂਠੇ ਪਦਾਰਥਾਂ ਦੇ ਲੋਭ ਵਿੱਚ। ਇੱਥੇ ਝੂਠਾ ਸ਼ਬਦ ਲੋਭ ਨੂੰ ਨਹੀਂ, ਪਦਾਰਥ ਨੂੰ ਕਿਹਾ ਜਾ ਰਿਹਾ। ਅਤੇ ਝੂਠ ਦਾ ਅਰਥ ਹੈ ਨਾਸ਼ਵੰਤ, ਜਿਸ ਦੀ ਹੋਂਦ ਕਾਇਮ ਨਹੀਂ ਰਹਿੰਦੀ, ਜੋ ਕੱਲ੍ਹ ਸੀ ਅੱਜ ਹੈ ਨਹੀਂ, ਅੱਜ ਹੈ ਆਉਣ ਵਾਲੇ ਵਕਤ ਵਿੱਚ ਨਹੀਂ ਹੋਏਗਾ। ਜਿਹੜਾ ਹਰ ਸਮੇਂ ਨਾਲ ਹੰਢਣਸਾਰ ਨਾ ਹੋਵੇ, ਉਸ ਨੂੰ ਅਸੀਂ ਕਹਿੰਦੇ ਹਾਂ ਵੀ ਇਹ ਝੂਠ ਹੈ। ਗੁਰਬਾਣੀ ਵਿੱਚ ਇਸ ਦਾ ਅਰਥ ਨਾਸ਼ਵੰਤ ਹੈ। ਆਮ ਬੰਦਾ ਜਦੋਂ ਜ਼ਿੰਦਗੀ ਵਿੱਚ ਵਿਚਰਦਿਆਂ ਕੋਈ ਗੱਲ ਯਥਾਰਥ, ਵਾਪਰੀ ਗੱਲ ਤੋਂ ਉਲਟ ਗੱਲ ਕਰੇ ਤੇ ਆਪਾਂ ਕਹਿੰਦੇ ਝੂਠਾ ਬੰਦਾ। ਵੀ ਗੱਲ ਕੋਈ ਸੀ, ਕਹਿ ਕੋਈ ਰਿਹਾ, ਜੋ ਹੈ ਹੀ ਨਹੀਂ ਉਹ ਕਹਿ ਰਿਹਾ, ਜੋ ਹੈ ਉਹ ਦੱਸ ਨਹੀਂ ਰਿਹਾ, ਆਪਾਂ ਉਸੇ ਨੂੰ ਕਹਿੰਦੇ ਨਾ ਝੂਠਾ। ਜਿਹੜੀ ਗੱਲ ਹੈ ਨਹੀਂ ਉਹਨੂੰ ਕਹਿ ਰਿਹਾ, ਅਤੇ ਜਿਹੜੀ ਸੀ, ਵਾਪਰੀ ਹੈ, ਜੋ ਸੱਚਾਈ ਹੈ, ਯਥਾਰਥ ਹੈ, ਉਹਨੂੰ ਦੱਸ ਨਹੀਂ ਰਿਹਾ। ਇਹਦਾ ਭਾਵ ਹੈ ਜੋ ਹੈ ਹੀ ਨਹੀਂ ਉਹਦੀ ਗੱਲ ਕਰਨੀ ਉਹੀ ਝੂਠ ਹੁੰਦਾ ਹੈ। ਕਿ ਇਹ ਝੂਠ ਹੈ, ਗੱਲ ਸਹੀ ਨਹੀਂ ਹੈ, ਸੱਚ ਨਹੀਂ ਹੈ, ਐਸਾ ਵਾਪਰਿਆ ਨਹੀਂ। ਅਤੇ ਇੱਥੇ ਸਤਿਗੁਰੂ ਪਦਾਰਥ ਨੂੰ ਝੂਠਾ ਕਿਉਂ ਕਹਿੰਦੇ? ਕਿਉਂਕਿ ਪਦਾਰਥ ਤੇ ਹੈ। ਕੋਈ ਬੰਦਾ ਇਹ ਕਹਿ ਸਕਦਾ ਹੈ ਵੀ ਜਿਹੜੀ ਗੱਲ ਵਾਪਰੀ ਨਹੀਂ ਉਹਨੂੰ ਤਾਂ ਆਪਾਂ ਕਿਹਾ ਵੀ ਝੂਠੀ ਹੈ, ਵੀ ਤੂੰ ਐਵੇਂ ਬਣਾ ਕੇ ਕਹਿ ਦਿੱਤੀ, ਪਰ ਪਦਾਰਥ ਤੇ ਦਿਸ ਰਿਹਾ, ਸੰਸਾਰ ਤੇ ਦਿਸ ਰਿਹਾ, ਫਿਰ ਇਹ ਝੂਠਾ ਕਿਵੇਂ ਹੋਇਆ? ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ
ਆਸਾ ਦੀ ਵਾਰ ਵਿੱਚ ਮਹਾਰਾਜ ਜਦੋਂ ਇਹ ਕਹਿੰਦੇ ਨੇ ਕੂੜ ਸਭ ਸੰਸਾਰ, ਸਾਰਾ ਸੰਸਾਰ ਹੀ ਕੂੜ ਹੈ, ਝੂਠ ਹੈ। ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਈ ਵਾਰ ਕਿਹਾ ਗਿਆ ਜਗ ਝੂਠੇ ਕੋ ਸਾਚ ਜਾਣ ਕੈ, ਝੂਠੇ ਸੰਸਾਰ ਨੂੰ, ਜਗਤ ਨੂੰ ਤੂੰ ਸੱਚਾ ਜਾਣ ਲਿਆ। ਤਾਂ ਇਹ ਪ੍ਰਸ਼ਨ ਉਪਜ ਸਕਦਾ ਵੀ ਇਹ ਤਾਂ ਹੈ, ਇਹਦੀ ਤਾਂ ਹੋਂਦ ਹੈ, ਸਾਹਮਣੇ ਦਿਸ ਰਿਹਾ ਵੀ ਸੰਸਾਰ ਹੈ, ਲੋਕ ਨੇ, ਪਦਾਰਥ ਨੇ, ਫਿਰ ਇਹ ਝੂਠਾ ਕਿਵੇਂ ਹੋਇਆ? ਇਹਨੂੰ ਸਤਿਗੁਰੂ ਨੇ ਇਸ ਪੱਖ ਤੋਂ ਝੂਠਾ ਕਿਹਾ ਵੀ ਇਹ ਅੱਜ ਹੈ, ਕੱਲ੍ਹ ਨਹੀਂ ਹੋਏਗਾ। ਕੱਲ੍ਹ ਨੂੰ ਉਹੀ ਚੀਜ਼ ਸੀ ਦੇ ਰੂਪ ਵਿੱਚ ਹੋ ਜਾਏ। ਅੱਜ ਹੈ, ਵਕਤ ਨਾਲ ਇਹ ਹੰਡੇਗੀ ਨਹੀਂ, ਇਸ ਨੇ ਬਿਨਸ ਜਾਣਾ। ਇਸ ਪੱਖ ਨੂੰ ਤੇ ਮਹਾਰਾਜ ਨੇ ਸਾਡੇ ਸਰੀਰ ਨੂੰ ਵੀ ਝੂਠਾ ਹੀ, ਨਾਸ਼ਵੰਤੀ ਆਖਿਆ। ਇੱਥੇ ਝੂਠ ਦਾ ਅਰਥ ਹੈ ਜਿਸ ਦੀ ਹੋਂਦ ਥਿਰ ਨਹੀਂ ਹੈ, ਜੋ ਖਤਮ ਹੋ ਜਾਵੇਗੀ, ਮਿਟ ਜਾਵੇਗੀ। ਹੁਣ ਸਾਹਿਬ ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਦਾ ਇਹ ਕਥਨ ਹੈ ਵੀ ਸਾਡੀ ਇਹ ਦੇਹੀ, ਸਾਡਾ ਇਹ ਸਰੀਰ ਜਿਹੜਾ ਹੈ ਇਹ ਵੀ ਬਿਨਸਣ ਵਾਲਾ ਹੈ, ਬਾਕੀ ਪਦਾਰਥਾਂ ਦੀ ਤਰ੍ਹਾਂ। ਹਰ ਚੀਜ਼ ਦੀ ਇੱਕ ਟਾਈਮ ਲਿਮਟ ਹੈ, ਸਮੇਂ ਦੀ ਸੀਮਾ ਹੈ, ਸਮੇਂ ਦੀ ਹੱਦ ਹੈ। ਹਰ ਚੀਜ਼ ਕਾਲ ਦੇ ਗਰਭ ਵਿੱਚ ਜਾ ਸਮਾਉਂਦੀ, ਕਾਲ ਸਮੇਂ ਵਿੱਚੋਂ ਉਪਜਦੀ ਹੈ ਅਤੇ ਸਮੇਂ ਦੇ ਮੁਤਾਬਕ ਹੰਡ ਕੇ ਖਤਮ ਹੋ ਜਾਂਦੀ। ਦੁਨੀਆ ਵਿੱਚ ਕੋਈ ਚੀਜ਼ ਸਦਾ ਐਸੀ ਨਹੀਂ ਜਿਹੜੀ ਕਾਇਮ ਰਹਿ ਸਕੇ ਚੇਤਨ ਸੱਤਾ ਤੋਂ ਬਿਨਾਂ। ਇਸੇ ਲਈ ਉਸੇ ਨੂੰ ਮਹਾਰਾਜ ਨੇ ਕਿਹਾ ਤੁਧ ਬਾਝ ਕੂੜੋ ਕੂੜ, ਤੇਰੇ ਤੋਂ ਬਿਨਾਂ ਸਭ ਝੂਠ ਹੈ। ਇਹ ਆਕਾਰ, ਰੂਪ, ਰੰਗ, ਪਦਾਰਥ, ਵਸਤੂਆਂ, ਚੀਜ਼ਾਂ, ਪ੍ਰਕਿਰਤਕ ਸੁਭਾਅ, ਹਰ ਚੀਜ਼ ਜਿਹੜੀ ਉਪਜਦੀ ਰਹਿੰਦੀ ਹੈ, ਚੱਲਦੀ ਰਹਿੰਦੀ ਹੈ, ਸਮੇਂ ਨਾਲ ਹੰਡ ਕੇ ਮੁੱਕ ਜਾਂਦੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਇਸ ਦੇ ਤੂੰ ਲੋਭ ਵਿੱਚ ਲੱਗਾ ਹੋਇਆ, ਜੋ ਖਤਮ ਹੋ ਜਾਣ ਵਾਲੀ ਚੀਜ਼ ਹੈ, ਜੋ ਹੰਡਣ ਵਾਲੀ ਨਹੀਂ, ਤੂੰ ਉਸ ਦੇ ਲੋਭ ਵਿੱਚ ਲੱਗਾ ਹੈ। ਲੋਭ ਦਾ ਮਤਲਬ ਕੀ ਹੈ? ਲੋਭ ਦਾ ਇੱਕ ਅਰਥ ਕੋਸ਼ ਵਿੱਚ ਇਹ ਵੀ ਕੀਤਾ ਗਿਆ ਹੈ, ਪਰਾਈ ਅਮਾਨਤ ਉੱਤੇ ਮੋਹਿਤ ਹੋਣਾ, ਲੁਭਾਏਮਾਨ ਹੋਣਾ। ਜਾਨੀ ਕਿ ਮਨੁੱਖੀ ਜੀਵਨ ਦੀਆਂ ਕੁਝ ਕਦਰਾਂ ਕੀਮਤਾਂ ਨੇ, ਇਹਨੂੰ ਇਵੇਂ ਸਮਝ ਲਈਏ। ਉਹਨਾਂ ਕਦਰਾਂ ਕੀਮਤਾਂ ਨੂੰ ਦਰਕਿਨਾਰ ਕਰਕੇ ਛੱਡ ਕੇ ਜਦੋਂ ਮਨੁੱਖ ਕਿਸੇ ਚੀਜ਼ ਨਾਲ ਲਗਾਵ ਪਾਉਂਦਾ ਹੈ ਤਾਂ ਉਹ ਲੋਭ ਬਣ ਜਾਂਦਾ। ਉਹ ਲੋਭ ਹੈ ਜਿਸ ਵਿੱਚ ਆਪਣਾ ਸਵਾਰਥ ਤੇ ਪੂਰਾ ਹੋ ਰਿਹਾ ਹੈ ਪਰ ਦੂਜੇ ਦਾ ਨੁਕਸਾਨ ਹੋ ਰਿਹਾ ਹੈ। ਮਨੁੱਖੀ ਗੁਣਾਂ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ, ਧਰਮ ਅਕੀਦਾ ਖੂਹ ਖਾਤੇ ਪੈ ਰਿਹਾ ਹੈ, ਬੇਅਸੂਲੀ ਦੀ ਜ਼ਿੰਦਗੀ ਬਣ ਰਹੀ ਹੈ। ਉਹ ਜਿਹੜਾ ਢਾਂਚਾ ਉਸਰ ਰਿਹਾ ਨਾ, ਉਹ ਸਿੱਧ ਕਰਦਾ ਵੀ ਬੰਦਾ ਲੋਭੀ ਹੈ। ਹੁਣ ਇਸ ਤਰ੍ਹਾਂ ਤਾਂ ਕੋਈ ਵੀ ਕਿਸੇ ਨੂੰ ਲੋਭੀ ਕਹਿ ਸਕਦਾ। ਕੋਈ ਬੰਦਾ ਆਪਣੀ ਮਿਹਨਤ 8 ਦੀ ਬਜਾਏ 10 ਘੰਟੇ ਕਰਦਾ ਹੈ, 12 ਘੰਟੇ ਕਰਦਾ, ਉਹ ਕਿਸੇ ਦਾ ਹੱਕ ਨਹੀਂ ਮਾਰਦਾ, ਕਿਸੇ ਦਾ ਪਰਾਇਆ ਕੋਈ ਵਸਤੂ ਦੇ ਉੱਤੇ ਹੱਕ ਨਹੀਂ ਜਤਾਉਂਦਾ, ਕਿਸੇ ਦਾ ਨੁਕਸਾਨ, ਉਹਦੇ ਵਿੱਚ ਉਹਨੂੰ ਲੋਭੀ ਥੋੜ੍ਹਾ ਕਿਹਾ ਜਾ ਸਕਦਾ। ਉਹਦੀ ਕਪੈਸਿਟੀ ਹੈ ਕੰਮ ਕਰਨ ਦੀ, ਉਹ ਕਰ ਸਕਦਾ। ਉਹਦੇ ਕੋਈ ਚੋਇਸ ਹੈ, ਉਹ ਕਰ ਸਕਦਾ। ਪਰ ਜੇ ਉਹ ਕੋਈ ਕਦਰਾਂ ਕੀਮਤਾਂ ਨੂੰ ਸ਼ਿਕੇ ਨਹੀਂ ਟੰਗ, ਹੁਣ ਉਹਨੂੰ ਵੀ ਕੋਈ ਆਖੀ ਜਾ ਵੀ ਬੰਦਾ ਬੜਾ ਲੋਭੀ ਹੈ। ਹਾਂ, ਜੇ ਉਹ ਜੀਵਨ ਦੇ ਬਾਕੀ ਪਹਿਲੂਆਂ ਨੂੰ ਦਰਕਿਨਾਰ ਕਰਦਾ ਹੈ, ਛੱਡ ਦਿੰਦਾ ਹੈ, ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਵੱਲ ਪਿੱਠ ਕਰ ਲੈਂਦਾ ਹੈ, ਫਿਰ ਉਹ ਜ਼ਰੂਰ ਲੋਭੀ ਹੋ ਜਾਏਗਾ। ਫਿਰ ਉਹ ਭਾਵੇਂ 1 ਘੰਟਾ ਹੀ ਕੰਮ ਕਿਉਂ ਨਾ ਕਰਦਾ ਹੋਵੇ, ਭਾਵੇਂ ਉਹ 5 ਮਿੰਟ ਹੀ ਕਿਉਂ ਨਾ ਕਰਦਾ ਹੋਵੇ। ਇਸ ਲਈ ਲੋਭ ਦੇ ਵੀ ਖਾਸ ਅਰਥ ਨੇ। ਗੁਰਬਾਣੀ ਦੇ ਵਿੱਚ ਇੱਕ ਖਾਸ ਕੰਟੈਕਸਟ ਦੇ ਵਿੱਚ ਇਹ ਸ਼ਬਦ ਆਉਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਦੀ ਬੜੀ ਸੁੰਦਰ ਔਰ ਖੂਬਸੂਰਤ ਵਿਆਖਿਆ ਸਹਸਕ੍ਰਿਤੀ ਸ਼ਲੋਕਾਂ ਵਿੱਚ ਕੀਤੀ ਹੈ। ਉਹਨਾਂ ਲੋਭ ਦੇ ਨਾਲ ਇੱਕ ਸ਼ਬਦ ਵਰਤਿਆ ਲੰਪਟ, ਮਤਲਬ ਲੁਭਾਏਮਾਨ, ਚੰਚਲ ਬਿਰਤੀ ਦਾ, ਲਿਪਟ ਜਾਣ ਵਾਲਾ। ਇਹਨੂੰ ਆਪਾਂ ਸੌਖੀ ਭਾਸ਼ਾ 'ਚ ਕਹਿ ਸਕਦੇ, ਹੇ ਲੋਭਾ ਲੰਪਟ ਸੰਗ ਸਿਰਮੋਰਾ ਅਨਕ ਲਹਿਰੀ ਕਲੋਲ। ਹਜ਼ੂਰ ਆਖਦੇ ਜਿਹੜਾ ਲੋਭੀ ਬੰਦਾ, ਜਦੋਂ ਲੋਭ ਦੀ ਤੁਹਾਡੇ ਅੰਦਰ ਸੰਵੇਦਨਾ ਪੈਦਾ ਹੋ ਜਾਏ ਫਿਰ ਤੁਸੀਂ ਟਿਕਾ 'ਚ ਨਹੀਂ ਰਹਿੰਦੇ, ਤੁਹਾਡਾ ਮਨ ਮਸਤਕ ਸਥਿਰ ਨਹੀਂ ਰਹਿੰਦਾ। ਜਿਵੇਂ ਹੁਣ ਮੰਨ ਲਓ ਸਾਡਾ ਗੁਜ਼ਾਰਾ ਵਧੀਆ ਹੋ ਰਿਹਾ, ਖਾਂਦਿਆਂ ਪਹਿਨਦਿਆਂ ਰਹਿੰਦਿਆਂ ਹੰਡਾਉਂਦਿਆਂ ਠੀਕ ਚੱਲ ਰਿਹਾ, ਕੋਈ ਐਸੀ ਦਿੱਕਤ ਨਹੀਂ। ਪਰ ਦਿੱਕਤ ਉਦੋਂ ਹੁੰਦੀ ਹੈ ਜਦੋਂ ਮੈਂ ਆਸੇ-ਪਾਸੇ ਵੇਖ ਕੇ ਆਪਣੇ ਅੰਦਰ ਨੂੰ ਇਹ ਸਵਾਲ ਕਰਦਾ ਵੀ ਮੇਰੇ ਕੋਲ ਇੰਨਾ ਕਿਉਂ ਨਹੀਂ, ਕਾਸ਼ ਮੇਰੇ ਕੋਲ ਵੀ ਹੁੰਦਾ। ਹੁਣ ਉਹ ਜਿਹੜੀ ਭਾਵਨਾ ਜਿਹੜੀ ਤੁਹਾਨੂੰ ਡਿਸਟਰਬ ਕਰ ਰਹੀ, ਸਭ ਕੁਝ ਹੁੰਦੇ ਆ ਤੁਹਾਡੇ ਸਾਹਮਣੇ ਪਦਾਰਥ ਪਿਆ ਪਰ ਤੁਸੀਂ ਉਹਨੂੰ ਇਵੇਂ ਖਾ ਰਹੇ ਹੋ ਜਿਵੇਂ ਮਜਬੂਰੀ ਹੋਵੇ। ਤੁਹਾਡੇ ਕੋਲ ਪਹਿਨਣ ਲਈ ਹੈ ਪਰ ਤੁਸੀਂ ਉਹਨੂੰ ਚੰਗਾ ਨਹੀਂ ਜਾਣਦੇ ਵੀ ਇਹ ਤਾਂ ਘਟੀਆ ਹੈ। ਹੋਰ ਤੁਸੀਂ ਵੇਖੋ ਮਨੁੱਖੀ ਮਨ ਦੀ ਇਹ ਦਸ਼ਾ ਕੀ ਹੈ ਵੀ ਜਿਹੜੀ ਚੀਜ਼ ਨੂੰ ਉਹ
ਉਹਦੇ ਕੋਲ ਅਵੇਲੇਬਲ ਹੈ ਨਾ ਖਾਣ ਵਾਸਤੇ, ਉਹਨੂੰ ਹੀ ਉਹ ਘਟੀਆ ਕਰਦਾ ਆਂਦਾ, ਤੇ ਫਿਰ ਖਾਣਾ ਵੀ ਉਹੀ ਪੈਂਦਾ। ਉਹਨੂੰ ਘਟੀਆ ਵੀ ਦੱਸ ਰਿਹਾ ਹੁੰਦਾ ਤੇ ਖਾ ਵੀ ਰਿਹਾ ਹੁੰਦਾ, ਕਿਉਂਕਿ ਗੁਜ਼ਾਰਾ ਵੀ ਨਹੀਂ। ਹੁਣ ਉਹ ਗੁਜ਼ਾਰਾ ਮਜਬੂਰੀ 'ਚ ਕਰ ਰਿਹਾ, ਉਹਦੇ 'ਚ ਸੰਤੁਸ਼ਟੀ, ਸੈਟਿਸਫੈਕਸ਼ਨ ਕੋਈ ਨਹੀਂ। ਹੁਣ ਪਹਿਨਣ ਵਾਸਤੇ ਜੋ ਅਵੇਲੇਬਲ ਹੈ ਉਹੀ ਪਹਿਨ ਵੀ ਰਿਹਾ ਤੇ ਨਾਲ ਦੀ ਨਾਲ ਉਹਨੂੰ ਭੰਡ ਵੀ ਰਿਹਾ, ਤੇ ਸਭ ਤੋਂ ਨਖਿੱਧ ਹੈ, ਸਭ ਤੋਂ ਘਟੀਆ ਹੈ। ਕਿਉਂ ਨਖਿੱਧ ਹੈ, ਕਿਉਂ ਘਟੀਆ ਹੈ? ਜੋ ਮੇਰੇ ਕੋਲ ਹੈ ਉਹ ਮਾੜਾ ਕਿਉਂ ਹੈ? ਕਿਉਂਕਿ ਮੈਨੂੰ ਹੋਰ ਚੀਜ਼ਾਂ ਵਿਖਾਈ ਦੇ ਰਹੀਆਂ ਨੇ ਜੋ ਮੇਰੀਆਂ ਨਹੀਂ। ਉਹਨਾਂ ਵੱਲ ਵੇਖ ਕੇ ਮੇਰੇ ਅੰਦਰ ਇੱਕ ਤਰਸੇਵਾਂ ਪੈਦਾ ਹੁੰਦਾ ਹੈ, ਇੱਕ ਲੋਭੀ ਬਿਰਤੀ ਜਾਗਦੀ ਹੈ ਵੀ ਇੰਨਾ ਕੁਝ ਸੰਸਾਰ 'ਚ ਇਹ ਵੀ ਕਿਤੇ ਮੇਰੇ ਕੋਲ ਹੁੰਦਾ ਤੇ ਬੜਾ ਵਧੀਆ ਹੁੰਦਾ। ਅੱਛਾ, ਜੇ 4 ਸਟੈਪ ਹੋਰ ਅੱਗੇ ਚਲੇ ਜਾਈਏ, ਉਹ ਇਹਦੋਂ 10 ਗੁਣਾ ਹੋ ਜਾਏ ਤੇ ਫਿਰ ਮਨ ਦੀ ਅਵਸਥਾ ਬਦਲ ਜਾਏਗੀ? ਨਹੀਂ ਬਦਲੇਗੀ। ਫਿਰ ਉਦੋਂ ਅੱਗੇ ਵੇਖਣਾ ਅਸੀਂ ਸ਼ੁਰੂ ਕਰ ਦਿਆਂਗੇ। ਗੱਲ ਕੀ ਹੈ ਕਿ ਕਿਸੇ ਚੀਜ਼ ਦਾ ਥੋੜ੍ਹਾ ਹੋਣਾ ਜਾਂ ਬਹੁਤਾ ਹੋਣਾ ਇੱਕ ਵੱਖਰਾ ਮਸਲਾ ਹੈ। ਜੀਵਨ 'ਚ ਬਹੁਤਾ ਹੋ ਕੇ ਵੀ ਕਈ ਵਾਰ ਬੰਦਾ ਥੋੜ੍ਹੇ 'ਤੇ ਜਾ ਡਿੱਗਦਾ, ਅਤੇ ਥੋੜ੍ਹੇੋਂ ਵੀ ਕਈ ਵਾਰ ਬਹੁਤਾ ਪਾ ਲੈਂਦਾ। ਇਹ ਜ਼ਿੰਦਗੀ ਦੀ ਦੌੜ ਊਚ ਨੀਚ ਇਵੇਂ ਚੱਲਦੀ ਰਹਿੰਦੀ ਹੈ, ਇਹ ਉਤਰਾਅ ਚੜ੍ਹਾਅ ਆਉਂਦਾ ਰਹਿੰਦਾ। ਪਰ ਸਭ ਤੋਂ ਵੱਡੀ ਸਤਿਗੁਰੂ ਮਹਾਰਾਜ ਨੇ ਜਿਹੜੀ ਜ਼ਿੰਦਗੀ ਜਿਉਣ ਦੀ ਜਾਚ ਦੱਸੀ, ਉਹਦੇ ਵਿੱਚ ਹੈ ਵੀ ਕੀ ਤੁਸੀਂ ਇਸ ਚੀਜ਼ ਵਿੱਚ ਐਗਰੀ ਹੋ ਜਾਂ ਜੀਣਾ ਸਿੱਖ ਗਏ ਹੋ ਕਿ ਜੋ ਕੁਝ ਵੀ ਮੇਰੇ ਕੋਲ ਹੈ ਸਭ ਭਲਾ ਹੈ, ਸਭ ਭਲਾ ਹੈ। ਪਰ ਬਹੁਤੀ ਵਾਰ ਤਾਂ ਤੁਸੀਂ ਖਿਆਲ ਕਰਿਓ, ਬੰਦਾ ਆਪਣੀ ਪਾਇਆ ਵੀ ਨਹੀਂ ਮਾਪਦਾ ਵੀ ਮੇਰੀ ਪਾਇਆ ਕਿੰਨੀ ਕੁ ਸੀ, ਮੈਂ ਹੰਢਾ ਕਿੰਨਾ ਰਿਹਾ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਕੰਪੇਅਰ ਨਹੀਂ ਨਾ ਕਰਦੇ, ਉਦੋਂ ਸਾਡੇ ਅੰਦਰ ਕਈ ਕਿਸਮ ਦੀਆਂ ਐਸੀਆਂ ਉਲਾਂਭੇ ਨਿਕਲਦੇ ਨੇ, ਸ਼ਿਕਵੇ ਨਿਕਲਦੇ ਨੇ ਕਿ ਮੈਂ ਖੌਰੇ ਕੀ ਸਾਂ ਤੇ ਮੈਨੂੰ ਕੀ ਮਿਲਣਾ ਚਾਹੀਦਾ ਸੀ ਜੋ ਮਿਲਿਆ ਨਹੀਂ। ਹੁਣ ਸਾਹਿਬ ਸਤਿਗੁਰੂ ਮਹਾਰਾਜ ਇਸੇ ਭਾਵ ਨੂੰ, ਉਹ ਜਿਹੜੀ ਮਨੋਦਸ਼ਾ ਹੈ, ਜਿਹੜੀ ਜ਼ਿੰਦਗੀ ਦਾ ਰਸ ਗਵਾ ਦੇਵੇ, ਜਿਹੜੀ ਜੋ ਤੁਹਾਡੇ ਕੋਲ ਹੈ ਉਹਨੂੰ ਛੱਡ ਕੇ ਦੂਜੀ ਚੀਜ਼ ਨੂੰ ਵੇਖਣ ਵਾਲੇ ਪਾਸੇ ਤੁਹਾਨੂੰ ਲਾ ਦੇਵੇ, ਤੇ ਫਿਰ ਉਹਦਾ ਤਰਸੇਵਾਂ ਤੇ ਉਹਦਾ ਉਲਾਂਭਾ ਤੇ ਸ਼ਿਕਵਾ ਤੇ ਖਿਝ ਇੰਨਾ ਜ਼ਹਿਰ ਤੁਹਾਡੇ ਅੰਦਰ ਪੈਦਾ ਕਰਦੀ ਰਹੇ, ਇਸੇ ਰੋਗ ਦਾ ਨਾਂ ਹੀ ਲੋਭ ਹੈ। ਤੇ ਲੋਭ ਕਾਹਦਾ ਹੈ? ਜੋ ਨਾਸ਼ਵੰਤ ਹੈ। ਹੁਣ ਤੁਸੀਂ ਵੇਖੋ, ਸਾਡਾ ਘਰ ਐਸੀ ਕਲੋਨੀ ਜਾਂ ਐਸੀ ਜਗ੍ਹਾ 'ਤੇ ਹੋਵੇ ਜਿੱਥੇ ਸਾਡੇ ਤੋਂ ਸਾਰੇ ਹੀ ਘਰ ਸਸਤੇ ਹੋਣ ਤੇ ਛੋਟੇ ਹੋਣ, ਤੇ ਮੇਰਾ ਖਿਆਲ ਨਹੀਂ ਵੀ ਸਾਨੂੰ ਇਹ ਵੀ ਜੀ ਕਰੇਗਾ ਵੀ ਅਸੀਂ ਅਰਦਾਸ ਕਰੀਏ ਜਾਂ ਕਰਾਈਏ ਵੀ ਮਹਾਰਾਜ ਸਾਨੂੰ ਵੱਡਾ ਕਰ ਦਿਓ। ਆਲਰੇਡੀ ਵੱਡਾ, ਜਿੱਥੇ ਅਸੀਂ ਰਹਿ ਰਹੇ ਹਾਂ ਪਹਿਲਾਂ ਹੀ ਵੱਡਾ ਹੈ। ਡਿਸਟਰਬੈਂਸ ਤਾਂ ਉਦਣ ਹੋਣੀ ਹੈ ਜਿਸ ਦਿਨ ਆਲੇ ਦੁਆਲੇ ਵਾਲੇ 4 ਘਰ ਵੱਡੇ ਹੋ ਗਏ, ਉਦਣ ਲੱਗਣਾ ਵੀ ਮੈਂ ਛੋਟਾ। ਅਸੀਂ ਮਾਪਦੇ ਹਾਂ ਆਪਣੇ ਆਪ ਨੂੰ, ਸਾਡੇ ਕੋਲ ਫੀਤਾ ਹੀ ਦੂਜਿਆਂ ਦਾ ਹੈ ਆਪਣੇ ਆਪ ਨੂੰ ਮਾਪਣ ਲਈ, ਵੀ ਮੈਂ ਛੋਟਾ ਹਾਂ ਕਿ ਮੈਂ ਵੱਡਾ ਹਾਂ। ਮੈਂ ਛੋਟਾ ਕਿਉਂ? ਕਿਉਂਕਿ ਦੂਜੇ ਵੱਡੇ ਨੇ। ਮੈਂ ਉਹਨਾਂ ਚਿਰ ਆਪਣੇ ਆਪ ਨੂੰ ਵੱਡਾ ਤੇ ਚੰਗਾ ਸਮਝਦਾ ਹੀ ਨਹੀਂ। ਮੈਂ ਆਪਣੇ ਆਪ ਨੂੰ ਨਖਿੱਧ ਸਮਝਦਾ ਜਦੋਂ ਮੈਂ ਦੂਜਿਆਂ ਨਾਲ ਆਪਣੇ ਆਪ ਨੂੰ ਕੰਪੇਅਰ ਕਰਨ ਲੱਗ ਜਾਂਦਾ। ਨਹੀਂ, ਨਾ ਛੋਟਾ ਘਰ ਨਖਿੱਧ ਹੁੰਦਾ ਹੈ, ਨਾ ਕੱਖਾਂ ਦੀ ਕੁੱਲੀ ਨਖਿੱਧ ਹੁੰਦੀ ਹੈ। ਉਹ ਇੱਕ ਘਰ ਹੁੰਦਾ ਹੈ। ਹਾਂ, ਉਹ ਮਟੀਰੀਅਲ ਦਾ ਫਰਕ ਹੈ, ਕਿਸੇ ਤੇ ਥੋੜ੍ਹਾ ਮਟੀਰੀਅਲ ਵੱਧ ਲੱਗ ਗਿਆ, ਕਿਸੇ ਤੇ ਥੋੜ੍ਹਾ ਲੱਗ ਗਿਆ, ਕੋਈ ਆਕਾਰ ਵਿੱਚ ਛੋਟਾ ਹੈ, ਕੋਈ ਆਕਾਰ ਵਿੱਚ ਵੱਡਾ, ਇੰਨਾ ਫਰਕ ਹੈ। ਨਖਿੱਧ ਕੁਝ ਨਹੀਂ ਹੁੰਦਾ। ਪੰਛੀ ਵੀ ਆਪਣੀ ਜ਼ਿੰਦਗੀ ਆਲਣੇ ਵਿੱਚ ਗੁਜ਼ਾਰ ਜਾਂਦੇ ਨੇ, ਪਰ ਉਹ ਆਜ਼ਾਦ ਰਹਿੰਦੇ ਨੇ। ਤੇ ਉਸੇ ਹੀ ਪੰਛੀ ਨੂੰ ਜੇ ਸੋਨੇ ਦੇ ਪਿੰਜਰੇ ਵਿੱਚ ਵੀ ਬੰਦ ਕਰ ਦਿੱਤਾ ਜਾਏ, ਕੀ ਤੁਸੀਂ ਉਸ ਨੂੰ ਉਹਦੀ ਚੰਗੀ ਜ਼ਿੰਦਗੀ ਮੰਨੋਗੇ? ਬਿਲਕੁਲ ਨਹੀਂ। ਇਸ ਲਈ ਅਸੀਂ ਆਪਣੀ ਸੋਚ ਵਿੱਚ ਪਿੰਜਰੇ ਘੜਦੇ ਹਾਂ, ਸੋਨੇ ਦੇ ਪਿੰਜਰੇ। ਉਹਨਾਂ ਵਿੱਚ ਖੁਦ ਕੈਦ ਹੁੰਦੇ ਹਾਂ, ਤੜਫਦੇ ਹਾਂ, ਅਸ਼ਾਂਤ ਹੁੰਦੇ ਹਾਂ, ਤੇ ਫਿਰ ਦੋਸ਼ ਕਿਸੇ ਹੋਰ ਨੂੰ ਦਿੰਦੇ ਹਾਂ। ਗੁਰੂ ਪਾਤਸ਼ਾਹ ਮਹਾਰਾਜ ਇਸੇ ਨੁਕਤੇ ਨੂੰ ਕਹਿੰਦੇ ਨੇ ਵੀ ਇਹ ਜਿਹੜੀ ਸਾਡੇ ਅੰਦਰ ਹਾਲਤ ਪੈਦਾ ਹੁੰਦੀ ਹੈ, ਇਹ ਹਾਲਤ ਹੀ ਲੋਭ ਦੀ ਨਿਸ਼ਾਨੀ ਹੈ। ਤੇ ਮਹਾਰਾਜ ਇਸ ਨੂੰ ਕੀ ਆਖਦੇ ਨੇ? ਪੰਚਮ ਗੁਰੂਦੇਵ ਕਹਿੰਦੇ, ਹੇ ਲੋਭਾ ਲੰਪਟ ਸੰਗ ਸਿਰ ਮੋਰਾ ਅਨਕ ਲਹਿਰੀ ਕਲੋਲ। ਤੇ ਲਹਿਰਾਂ ਦਾ ਮਤਲਬ ਵੇਵਜ਼ ਉੱਠਦੀਆਂ ਨੇ ਤੇਰੇ ਅੰਦਰ, ਤੂੰ ਕਈ ਤਰ੍ਹਾਂ ਦੇ ਮਾਇਕੀ ਕਲੋਲ ਕਰਨਾ ਹੈ। ਧਾਵੰਤ ਜੀਆ ਬਹੁ ਪ੍ਰਕਾਰਨ, ਤੇਰਾ ਹਿਰਦਾ, ਤੇਰਾ ਜੀ, ਤੇਰੀ ਜਿੰਦ ਭਟਕਦੀ ਹੈ, ਕਈ ਕਿਸਮਾਂ ਨਾਲ ਭਟਕਦੀ ਹੈ, ਕਈ ਜਗ੍ਹਾ 'ਤੇ ਭਟਕਦੀ ਹੈ।
ਅਨਕ ਭਾਂਤ ਬਹੁ ਡੋਲ ਤੇ। ਅਨੇਕ ਤਰ੍ਹਾਂ ਨਾਲ ਤੇਰੇ ਅੰਦਰ ਡਾਵਾਂ ਡੋਲ ਅਵਸਥਾ ਹਮੇਸ਼ਾ ਬਣੀ ਰਹਿੰਦੀ ਹੈ। ਡਾਵਾਂ ਡੋਲ ਦਾ ਮਤਲਬ ਹੈ ਜਿੱਥੇ ਬੰਦਾ ਸੈਟਿਸਫਾਈ ਨਹੀਂ, ਸੈਟਿਸਫੈਕਸ਼ਨ ਨਹੀਂ ਜੀਵਨ ਵਿੱਚ, ਇਸੇ ਨੂੰ ਸੰਤੋਖ, ਇਸੇ ਨੂੰ ਸਬਰ ਕਿਹਾ। ਨਚ ਮਿੱਤਰੰ, ਮਹਾਰਾਜ ਨੇ ਕਿੱਡੀ ਵੱਡੀ ਗੱਲ ਕਹੀ। ਕਹਿੰਦੇ ਜੇ ਇਹ ਰੋਗ ਹੈ ਨਾ ਤੈਨੂੰ, ਤੇ ਚੇਤੇ ਰੱਖੀ ਨਾ ਤੂੰ ਕਿਸੇ ਦਾ ਚੰਗਾ ਮਿੱਤਰ ਬਣ ਸਕਦਾ ਹੈ ਤੇ ਨਾ ਤੂੰ ਬਣਾ ਸਕਦਾ। ਐਸੇ ਬੰਦੇ ਦਾ ਕੋਈ ਮਿੱਤਰ ਨਹੀਂ ਸੰਸਾਰ 'ਚ। ਉਹਦੀ ਜਿੰਨੀ ਵੀ ਮਿੱਤਰਤਾ ਹੈ ਆਪਣੇ ਲੋਭ ਨਾਲ ਹੈ, ਪਦਾਰਥ ਨਾਲ ਹੈ, ਵਿਅਕਤੀ ਨਾਲ ਨਹੀਂ। ਤੇ ਇਕੱਲੀ ਮਿੱਤਰ ਦੀ ਗੱਲ ਹੀ ਥੋੜ੍ਹਾ ਕੀਤੀ ਸਤਿਗੁਰੂ, ਨਚ ਮਿੱਤਰੰ ਨਚ ਇਸ਼ਟੰ। ਸਤਿਗੁਰੂ ਤਾਂ ਇੱਥੋਂ ਤੱਕ ਕਹਿੰਦੇ ਉਹਦਾ ਇਸ਼ਟ ਵੀ ਕੋਈ ਨਹੀਂ, ਕੋਈ ਰੱਬ ਨਹੀਂ ਉਹਦਾ, ਕੋਈ ਗੁਰੂ, ਕੋਈ ਭਗਵਾਨ ਨਹੀਂ ਉਹਦਾ। ਇਸ ਲਈ ਅਸੀਂ ਬਹੁਤੀ ਵਾਰ ਗੁਰੂ ਨੂੰ ਵੀ ਲਾਂਭੇ ਦੇ ਦਿੰਦੇ ਹਾਂ ਨਾ। ਸਾਡਾ ਗੁਰੂ ਕੀ ਹੋਇਆ? ਗੁਰੂ ਨੂੰ ਮੰਨਣ ਦਾ ਅਰਥ ਹੁੰਦਾ ਹੈ ਗੁਰੂ ਨੂੰ ਸਮਰਪਿਤ ਹੋਣਾ, ਨਾ ਕਿ ਗੁਰੂ ਨਾਲ ਡੀਲ ਕਰਨਾ। ਸਾਡੀ ਸਮੁੱਚੀ ਧਾਰਮਿਕ ਜ਼ਿੰਦਗੀ ਜਿੰਨੀ ਕੁ ਵੀ ਅਸੀਂ ਜੀਨੇ, ਉਹ ਡੀਲ ਦੇ ਆਸਰੇ 'ਤੇ ਜੀ ਰਹੇ ਹਾਂ ਅਸੀਂ। ਇਸ ਕਰਕੇ ਬਹੁਤੇ ਲੋਕ ਇਸ ਭੁਲੇਖੇ ਵਿੱਚ ਰਹਿੰਦੇ ਨੇ ਕਿ ਜੇ ਇੱਥੇ ਗੱਲ ਨਹੀਂ ਨਾ ਬਣੀ, ਚਲੋ ਉੱਥੇ ਜਾ ਕੇ ਵੇਖਦੇ ਹਾਂ। ਉਹ ਡੀਲ ਕਰਦੇ ਨੇ। ਉਹਨਾਂ ਨੇ ਸਮਝ ਰੱਖਿਆ ਵੀ ਜਿਹੜੇ ਧਰਮ ਸਥਾਨ ਹੁੰਦੇ ਨੇ, ਇੱਕ ਸਟੋਰ ਹੁੰਦੇ ਨੇ, ਵੀ ਜਿਹੜੀ ਚੀਜ਼ ਇੱਥੇ ਨਹੀਂ ਲੱਭਦੀ ਉਹ ਦੂਜੇ ਸਟੋਰ 'ਚ ਜਾ ਕੇ ਲੈ ਆਓ। ਇਹੋ ਜਿਹੇ ਅਨੇਕਾਂ ਭਰਮਾਂ ਵਿੱਚ ਅਸੀਂ ਉਲਝੇ ਤੇ ਫਸੇ ਹੋਏ ਹਾਂ। ਹੁਣ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਉਹਦਾ ਨਾ ਕੋਈ ਮਿੱਤਰ ਹੈ, ਨਾ ਕੋਈ ਇਸ਼ਟ ਹੈ। ਉਹ ਇਸ਼ਟ ਦਾ ਸੰਬੰਧ ਵੀ ਨਹੀਂ ਨਿਭਾ ਸਕਦਾ, ਇਸ਼ਟ ਨਾਲ ਵੀ ਉਹਦੀ ਨਿਭਦੀ ਨਹੀਂ। ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ। ਬਾਂਧਵ ਦਾ ਮਤਲਬ ਕੋਈ ਰਿਸ਼ਤੇਦਾਰ ਵੀ ਨਹੀਂ, ਤੇ ਨਾ ਉਹਨੂੰ ਕਿਸੇ ਮਾਂ ਬਾਪ ਦੀ ਲੱਜਿਆ। ਲੱਜਿਆ ਦਾ ਮਤਲਬ ਹੁੰਦਾ ਹੈ ਸ਼ਰਮ ਹਿਆ ਹੋਣਾ। ਤੇ ਸਤਿਗੁਰੂ ਕਹਿੰਦੇ ਨੇ ਜੋ ਚੀਜ਼ ਜ਼ਿੰਦਗੀ ਵਿੱਚ ਟਿਕਾਉਣ ਵਾਲੀ ਨਹੀਂ, ਜਿਹਦੇ ਨਾਲ ਸਾਡੀ ਸ਼ੋਭਾ ਨਹੀਂ ਬਣਦੀ, ਉਹ ਅਸੀਂ ਸਾਜ ਲੈਂਦੇ ਹਾਂ, ਤੇ ਜੋ ਗ੍ਰਹਿਣ ਕਰਨ ਯੋਗ ਨੇ ਉਹ ਵੀ ਗ੍ਰਹਿਣ ਕਰ ਲੈਂਦੇ ਹਾਂ। ਅਸਾਜੰ ਸਾਜ ਸਮਝਿਆ ਲਿਖਿਆ ਇਹਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਨੇ। ਹੁਣ ਇਹ ਸਤਿਗੁਰੂ ਨੇ ਮਨੋਦਸ਼ਾ ਦੱਸੀ ਹੈ, ਜਿਸ ਮਨੋਦਸ਼ਾ ਵਿੱਚ ਇਹ ਕੁਝ ਵਾਪਰਦਾ ਹੈ, ਜਿੱਥੇ ਵਫਾਦਾਰੀਆਂ ਖਤਮ ਹੋ ਜਾਂਦੀਆਂ ਨੇ, ਜਿੱਥੇ ਵਿਸ਼ਵਾਸ ਮੁੱਕ ਜਾਂਦੇ ਨੇ, ਜਿੱਥੇ ਯਕੀਨ ਟੁੱਟ ਜਾਂਦੇ ਨੇ। ਯਕੀਨ ਮਨੁੱਖ ਨੇ ਮਨੁੱਖ 'ਤੇ ਕੀਤਾ ਹੁੰਦਾ ਹੈ, ਪਰ ਵਿਚਕਾਰ ਜਿਸ ਵੇਲੇ ਪਦਾਰਥ ਵਿਚੋਲਗੀ ਕਰਨ ਲੱਗ ਪੈਂਦਾ ਤਾਂ ਉਹ ਰਿਸ਼ਤੇ ਜਿਹੜੇ ਨੇ ਡੀਲ ਬਣ ਜਾਂਦੇ ਨੇ, ਇੱਕ ਵਪਾਰ ਹੋ ਜਾਂਦਾ ਹੈ। ਉੱਥੇ ਸਵਾਰਥ ਹਾਵੀ ਹੁੰਦਾ, ਉੱਥੇ ਨਿਰਸਵਾਰਥ ਇੱਛਾ, ਉੱਥੇ ਤਿਆਗ, ਉੱਥੇ ਕੁਰਬਾਨੀ, ਇਹ ਚੀਜ਼ਾਂ ਮੁੱਕ ਜਾਂਦੀਆਂ ਨੇ। ਇਹ ਚੀਜ਼ਾਂ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਨੇ, ਜਿਹਨੂੰ ਆਪਾਂ ਮੋਰਲ ਵੈਲਿਊਜ਼ ਆਖਦੇ ਹਾਂ। ਤੋ ਗੁਰੂ ਦੇਵ ਪਾਤਸ਼ਾਹ ਜੀ ਆਖਦੇ ਨੇ, ਕਸ਼ ਬਿਗੜਿਓ ਨਾਹੇ ਨਾ ਅਜੋਂ ਜਾਗ। ਜ਼ਿੰਦਗੀ ਦੇ ਜਿਸ ਵੀ ਪੜਾਅ ਦੇ ਉੱਤੇ ਹੈ ਨਾ, ਜੇ ਸੱਚਮੁੱਚ ਤੂੰ ਇਸ ਮਨੋਦਸ਼ਾ ਦਾ ਸ਼ਿਕਾਰ, ਇਸ ਬਿਮਾਰੀ ਦਾ ਨਾਲ ਪੀੜਤ ਹੈ, ਤਾਂ ਤੈਨੂੰ ਝੋਰਾ ਕਰਨ ਦੀ ਲੋੜ ਨਹੀਂ। ਹੁਣੀ ਜਾਗ ਪਏ ਤਾਂ ਵੀ ਜ਼ਿੰਦਗੀ ਸਵਰ ਜਾਏਗੀ, ਸਫਲ ਹੋ ਜਾਏਗੀ। ਵੈਸੇ ਗੁਰਬਾਣੀ ਦੀ ਇਹ ਖਾਸੀਅਤ ਮਹਾਰਾਜ ਨੇ ਕਿਤੇ ਵੀ ਇਹ ਤਾਂ ਕਿਹਾ ਵੀ ਤੇਰਾ ਜੀਵਨ ਬਤੀਤ ਹੋ ਰਿਹਾ, ਬੀਤ ਜਾ ਹੈ ਜਨਮ ਅਕਾਜ ਰੇ, ਐਸਾ ਤੇ ਕਿਹਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ, ਇਹ ਵੀ ਸਾਨੂੰ ਰੀਅਲਾਈਜ਼ ਕਰਾਇਆ ਹੈ, ਸਾਨੂੰ ਚੇਤਾ ਕਰਾਇਆ ਹੈ ਕਿ ਕੀਮਤੀ ਦੌਲਤ ਤੇਰੇ ਹੱਥੋਂ ਜਾ ਰਹੀ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਵੀ ਖਾਸੀਅਤ ਹੈ ਵੀ ਮਹਾਰਾਜ ਸਾਨੂੰ ਇਹ ਵੀ ਆਪਸ਼ਨ ਨਾਲ ਨਾਲ ਦਿੰਦੇ ਨੇ, ਔਰ ਨਾਲ ਨਾਲ ਚੇਤਾ ਕਰਾਉਂਦੇ ਨੇ ਵੀ ਜਿੱਥੇ ਤੂੰ ਇਸ ਵੇਲੇ ਜ਼ਿੰਦਗੀ ਦੇ ਜਿਸ ਵੀ ਪੜਾਅ ਦੇ ਉੱਤੇ ਖੜਾ ਹੈ, ਜੇ ਤੂੰ ਸੰਭਲ ਜਾਏ ਤੇ ਆਉਣ ਵਾਲੇ ਜਿਹੜੇ ਪਲ ਨੇ ਉਹ ਤੇਰੇ ਆਨੰਦਦਾਇਕ ਜੀਵਨ ਦੇ ਪਲ ਆਨੰਦਦਾਇਕ ਬਣ ਸਕਦੇ ਨੇ, ਵਧੀਆ ਹੋ ਸਕਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਕਸ਼ ਬਿਗੜਿਓ ਨਾਹੇ ਨਾ, ਅਜੇ ਵੀ ਕੁਝ ਨਹੀਂ ਵਿਗੜਿਆ, ਅਜੋਂ ਜਾਗ, ਹੁਣੀ ਜਾਗ ਪੈ, ਹੁਣੀ ਜਾਗ ਪੈ। ਘੱਟੋ ਘੱਟ ਇਹਨਾਂ ਤੇ ਪਤਾ ਲੱਗੇ ਵੀ ਜੀਵਨ ਦਾ ਆ ਵੀ ਅਰਥ ਹੁੰਦਾ ਹੈ, ਜੀਵਨ ਦਾ ਆ ਵੀ ਮਕਸਦ ਹੁੰਦਾ ਹੈ, ਜੀਵਨ ਦਾ ਆ ਵੀ ਭੇਦ ਹੁੰਦਾ ਹੈ ਜਿਹੜਾ ਮੈਂ ਪਾ ਲਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਸਮ ਸੁਪਨੇ ਕੇ ਇਹੋ ਜਗ ਜਾਨ। ਸੁਪਨੇ ਦਾ ਅਰਥ ਕੀ ਹੁੰਦਾ ਹੈ? ਜੋ ਜਿਵੇਂ ਅਸੀਂ ਸੁੱਤੇ ਹਾਂ ਨੀਂਦ ਵਿੱਚ, ਸਾਡਾ ਅਚੇਤ ਮਨ ਜਿਹੜਾ ਹੈ ਉਹਦੇ ਅੰਦਰ ਭਰੇ ਹੋਏ ਖਿਆਲ ਜਿਹੜੇ ਨੇ ਇੱਕ ਫਿਲਮ ਵਾਂਗ, ਚਿੱਤਰ ਵਾਂਗ ਸਾਡੇ ਅੰਦਰ ਚੱਲ ਰਹੇ ਨੇ। ਅਸੀਂ ਸੁੱਤਿਆਂ ਹੋਇਆਂ ਉਸ ਸੁਪਨਾ ਵੇਖ ਰਹੇ ਹਾਂ।
ਤੇ ਸਾਨੂੰ ਮਹਿਸੂਸ ਐਵੇਂ ਹੋ ਰਿਹਾ ਸਾਡੇ ਮਨ ਨੂੰ, ਦਿਮਾਗ ਨੂੰ, ਵੀ ਜਿਵੇਂ ਅਸੀਂ ਇਨਵੋਲਵ ਹਾਂ ਉਹਦੇ 'ਚ, ਅਸੀਂ ਕਰ ਰਹੇ ਹਾਂ, ਜਾਗ ਕੇ ਕਰ ਰਹੇ ਹਾਂ। ਪਰ ਉਹ ਸੱਚ ਤੇ ਨਹੀਂ ਨਾ ਹੁੰਦਾ। ਹੁਣ ਸੁਪਨੇ 'ਚ ਕੋਈ ਬੰਦਾ ਰਾਜਾ ਬਣ ਜਾਏ ਤੇ ਖਾਣ ਲਈ ਘਰ ਰੋਟੀ ਵੀ ਨਾ ਹੋਵੇ, ਕਿ ਜਦੋਂ ਜਾਗੇਗਾ ਉਦੋਂ ਵੀ ਰਾਜਾ ਹੋਏਗਾ? ਸੁਪਨੇ ਵਿੱਚ ਕੋਈ ਅਮੀਰ ਬੰਦਾ ਭਿਖਾਰੀ ਬਣ ਕੇ ਹੱਥ 'ਚ ਕਟੋਰਾ ਲੈ ਕੇ ਭੀਖ ਮੰਗ ਰਿਹਾ ਹੋਵੇ, ਕਿ ਜਿਸ ਵੇਲੇ ਜਿਸ ਵੇਲੇ ਉਹਨੂੰ ਜਾਗ ਆਏਗੀ, ਨੀਂਦ ਟੁੱਟ ਜਾਏਗੀ, ਉਹ ਉਦੋਂ ਵੀ ਭਿਖਾਰੀ ਹੋਏਗਾ? ਨਹੀਂ, ਸੁਪਨੇ ਦੀ ਦਸ਼ਾ ਹੀ ਵੱਖਰੀ ਹੈ। ਉਹ ਜੋ ਅਸੀਂ ਵੇਖ ਰਹੇ ਹਾਂ, ਜੋ ਅਸੀਂ ਮਾਣ ਰਹੇ ਹਾਂ ਮਾਨਸਿਕ ਤੌਰ 'ਤੇ ਸੁੱਤਿਆਂ ਹੋਇਆਂ, ਉਹ ਇੱਕ ਵੱਖਰੀ ਦਸ਼ਾ ਹੈ। ਉਹਦੇ ਬਾਰੇ ਵੀ ਵਿਦਵਾਨਾਂ ਨੇ, ਵਿਚਾਰਵਾਨਾਂ ਨੇ ਬਹੁਤ ਕੁਝ ਲਿਖਿਆ। ਪਰ ਇਹਦਾ ਇੱਕੋ ਹੀ ਇੱਕ ਨੁਕਤਾ ਇਹ ਹੈ ਕਿ ਸਾਡਾ ਅਚੇਤ ਮਨ ਖਿਆਲਾਂ ਦਾ ਘਰ ਹੈ, ਸਟੋਰ ਹੈ ਸਮਝੋ, ਵੀ ਜਿਹਦੇ 'ਚ ਅਸੀਂ ਹਰ ਚੀਜ਼ ਰੱਖੀ ਜਾ ਰਹੇ ਹਾਂ, ਹਰ ਚੀਜ਼ ਰੱਖੀ ਜਾ ਰਹੇ ਹਾਂ, ਚੰਗੀ ਮਾੜੀ, ਵਧੀਆ ਘਟੀਆ, ਹਰ ਤਰ੍ਹਾਂ ਦੇ ਖਿਆਲ ਉਹਦੇ ਵਿੱਚ ਅਸੀਂ ਸਟੋਰ ਕਰੀ ਜਾ ਰਹੇ ਹਾਂ। ਉਹ ਆਟੋਮੈਟਿਕ ਜਦੋਂ ਸੁੱਤਿਆਂ ਵੀ ਆ ਸਕਦੇ ਨੇ। ਜਿਵੇਂ ਅਸੀਂ ਮੰਨ ਲਓ 10 ਸਾਲ ਪਹਿਲਾਂ ਕੋਈ ਬੰਦਾ ਸਾਨੂੰ ਮਿਲਿਆ, ਸਾਨੂੰ ਕਦੇ ਉਹਦਾ ਚੇਤਾ ਨਹੀਂ, ਅੱਜ ਸਾਹਮਣੇ ਵੇਖਦਿਆਂ ਸਾਰੀ ਅਸੀਂ ਪਛਾਣ ਲਿਆ ਵੀ ਤਾਂ ਉਹ ਬੰਦਾ ਹੈ। ਤੁਹਾਨੂੰ ਕਿਵੇਂ ਪਛਾਣ ਆ ਗਈ? ਕਿਉਂਕਿ ਤੁਹਾਡੇ ਅੰਦਰ ਸਟੋਰ ਪਈ ਹੈ ਉਹ ਯਾਦ, ਉਹਦੀ ਕੀਤੀ ਹੋਈ ਗੱਲ, ਕਿਤਿਓਂ ਪੜ੍ਹ ਲਈ, ਕਿਤਿਓਂ ਸੁਣ ਲਈ, ਕਿਤੇ ਵੇਖ ਲਈ, ਕਿਤੇ ਮਹਿਸੂਸ ਕਰ ਲਈ, ਕਿਸੇ ਵੀ ਤਰੀਕੇ ਨਾਲ ਜੋ ਤੁਹਾਡੇ ਅੰਦਰ ਸਟੋਰ ਹੁੰਦਾ ਗਿਆ, ਉਹ ਤੁਹਾਡਾ ਅਚੇਤ ਮਨ ਹੈ। ਸੁਪਨੇ ਉਹਦੇ ਵਿੱਚੋਂ ਹੀ ਨਿਕਲਦੇ ਨੇ, ਪਰ ਉਹ ਯਥਾਰਥ ਸੱਚਾਈ ਨਹੀਂ ਹੁੰਦੇ, ਉਹ ਰਿਐਲਿਟੀ ਨਹੀਂ। ਜਦੋਂ ਤੁਸੀਂ ਜਾਗਦੇ ਹੋ ਤਾਂ ਉਹ ਸਾਰੀ ਉਦੋਂ ਬਿਲਕੁਲ ਉਲਟ ਦਸ਼ਾ ਹੁੰਦੀ, ਜਿੱਥੇ ਤੁਸੀਂ ਸੁੱਤੇ ਸੀ ਉੱਥੋਂ ਹੀ ਉੱਠਦੇ ਹੋ, ਉਹੀ ਦੁਨੀਆ ਜਿਹੜੀ ਤੁਸੀਂ ਮੰਨਣੀ ਹੁੰਦੀ ਹੈ। ਇਸ ਲਈ ਹਜ਼ੂਰ ਜਿਹੜੀ ਚੀਜ਼ ਸੱਚਾਈ ਵਿੱਚ ਨਹੀਂ, ਤੁਹਾਡੀਆਂ ਅੱਖਾਂ ਸਾਹਮਣੇ ਨੇ, ਉਹਨੂੰ ਕਹਿੰਦੇ ਨੇ ਸਮ ਸੁਪਨੇ ਕਹਿ, ਇਹ ਜਗ ਜਾਨ। ਇਸ ਸੰਸਾਰ ਨੂੰ ਵੀ ਸੁਪਨੇ ਦੀ ਨਿਆਈ ਸਮਝ। ਹੁਣ ਜੋ ਤੈਨੂੰ ਦਿਸ ਰਿਹਾ ਨਾ, ਇਹਨੇ ਆਉਣ ਵਾਲੇ ਵਕਤ ਵਿੱਚ ਇਵੇਂ ਦਾ ਨਹੀਂ ਰਹਿਣਾ, ਸਭ ਚੇਂਜ ਹੋ ਜਾਣਾ, ਸਭ ਕੁਝ ਬਦਲ ਜਾਣਾ। ਹੁਣ ਜਿੱਥੇ ਅਸੀਂ ਬੈਠੇ, ਜਿਸ ਸਿਚੁਏਸ਼ਨ ਵਿੱਚ ਬੈਠੇ ਹਾਂ, ਜਿਸ ਮਾਹੌਲ ਵਿੱਚ, ਜੋ ਸਾਡੀ ਇਸ ਵੇਲੇ ਮਾਨਸਿਕ ਦਸ਼ਾ ਹੈ, ਜੇ ਅਸੀਂ ਅੱਧੇ ਘੰਟੇ ਦੀ ਬ੍ਰੇਕ ਲੈ ਕੇ ਵਾਪਸ ਆ ਜਾਈਏ ਨਾ, ਬਹੁਤ ਕੁਝ ਚੇਂਜ ਹੋ ਜਾਣਾ। ਸਤਿਗੁਰੂ ਪਾਤਸ਼ਾਹ ਜਿਹੜੀ ਚੀਜ਼ ਥਿਰ ਨਾ ਹੋਵੇ, ਟਿਕਾਊ ਨਾ ਹੋਵੇ, ਸਦਾ ਨਾ ਹੋਵੇ, ਉਵੇਂ ਦੀ ਨਾ ਰਵੇ, ਉਹਨੂੰ ਸੁਪਨੇ ਦੀ ਨਿਆਈ ਕਹਿੰਦੇ ਨੇ। ਤਾਂ ਪਾਤਸ਼ਾਹ ਜੀ ਆਖਦੇ ਨੇ, ਬਿਨਸੈ ਛਿਨ ਮੈਂ ਸਾਚੀ ਮਾਨ। ਕਮਾਲ ਦੀ ਗੱਲ ਹੈ ਵੀ ਗੁਰੂ ਸਾਹਿਬ ਨੇ ਕਿਤੇ ਵੀ ਕੋਈ ਬਹੁਤਾ ਲੰਮਾ ਟਾਈਮ ਪੀਰੀਅਡ ਨਹੀਂ ਰੱਖਿਆ ਵੀ ਇੰਨੇ ਚਿਰ ਚਿਨੇ, ਉਹਨਾਂ ਕਿਹਾ ਛਿਨ, ਅੱਖ ਦੇ ਫੋਰ ਵਿੱਚ। ਸਤਿਗੁਰੂ ਨੂੰ ਪੁੱਛੀਏ, ਮਹਾਰਾਜ ਕਿਸੇ ਚੀਜ਼ ਨੂੰ ਘੱਟੋ ਘੱਟ ਕੋਈ ਤਾਂ ਵਕਤ ਦੇਣਾ ਬਣਦਾ ਹੈ ਨਾ। ਸਤਿਗੁਰੂ ਨੇ ਕਿਸੇ ਚੀਜ਼ ਦੀ ਕੋਈ ਮਿਆਦ ਬਾਣੀ ਵਿੱਚ ਤੈਅ ਨਹੀਂ ਕੀਤੀ, ਇੱਕ ਵੀ ਵਸਤੂ, ਨਾ ਪਦਾਰਥ ਦੀ, ਨਾ ਮਨੁੱਖ ਦੀ, ਕਿਸੇ ਵੀ ਚੀਜ਼ ਦੀ। ਉਹ ਕਹਿੰਦੇ ਮੈਂ ਮਿਆਦ ਮੇਥੀ ਨਹੀਂ ਸਕਦਾ। ਜਿਹੜੀ ਚੀਜ਼ ਨੂੰ ਮੈਂ ਕਹਿ ਦਿਆਂ ਵੀ ਇਹ ਬੰਦਾ 2 ਦਿਨ ਜੀਏਗਾ, ਹੋ ਸਕਦਾ ਇੱਕ ਘੜੀ ਵੀ ਨਾ ਕੱਢੇ। ਇਸ ਲਈ ਸਤਿਗੁਰੂ ਦਾ ਬੜਾ ਸਿੱਧਾ ਜਿਹਾ ਸ਼ਬਦ ਹੁੰਦਾ ਹੈ, ਛਿਨ ਮੈਂ ਨਿਮਕ ਮਾਤਰ। ਇਸੇ ਕਰਕੇ ਕਹਿੰਦੇ ਨੇ ਹਮ ਆਦਮੀ ਹਾਂ ਇੱਕਦਮ ਹੀ। ਉਹਨਾਂ ਦਮ ਦੀ ਗੱਲ ਜ਼ਰੂਰ ਕੀਤੀ, ਮੈਂ ਦਮ ਦਾ ਕਹਿ ਸਕਦਾ, ਦਮ ਆ ਗਿਆ ਤੇ ਜੀਵਨ ਹੈ, ਅਗਲੇ ਦਾ ਮੈਂ ਦਾਵਾ ਨਹੀਂ ਕਰਦਾ। ਮੁਹਲਤ ਮੋਤ ਨਾ ਜਾਣਾ, ਵਕਤ ਦੀ ਕੋਈ ਮਿਆਦ, ਉਹਨੂੰ ਛਿਨ ਕਹਿ ਕੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਬਿਨਸੈ ਛਿਨ ਮੈਂ ਸਾਚੀ ਮਾਨ। ਇਸ ਗੱਲ ਨੂੰ ਸੱਚਾ ਜਾਣ ਲੈ, ਸਮਝ ਲੈ। ਹਜ਼ੂਰ ਆਖਦੇ ਨੇ, ਸੰਗ ਤੇਰਾ ਹਰ ਬਸਤ ਨੀਤ, ਤੇਰੇ ਨਾਲ ਜਿਹੜਾ ਹਰੀ ਸਦਾ ਹੀ ਵਸਦਾ ਹੈ, ਜਿਹੜਾ ਤੇਰੇ ਆਪਣੇ ਵਜੂਦ ਵਿੱਚ ਹੈ, ਤੇਰੀ ਆਪਣੀ ਹਸਤੀ ਵਿੱਚ ਹੈ, ਤੇਰੇ ਆਪਣੇ ਆਪ। ਜੇ ਦੂਜਾ ਪੱਖ ਵੀ ਲੈ ਲਈਏ ਨਾ, ਇੱਕ ਅਸੀਂ ਇਹ ਲਫ਼ਜ਼ ਵਰਤਦੇ ਹਾਂ ਵੀ ਸਾਡੇ ਵਜੂਦ ਵਿੱਚ ਹੀ ਉਹ ਹੈ, ਤੇ ਸੱਚਾਈ ਹੈ ਵੀ ਸਾਡਾ ਵਜੂਦ ਹੀ ਉਹ ਹੈ। ਇਹਦਾ ਇੱਕ ਦੂਜਾ ਪੱਖ ਲੈ ਲਓ। ਹੁਣ ਮੈਂ ਕਹਾਂ ਵੀ ਮੇਰੇ ਵਿੱਚ ਉਹ ਵਸਦਾ ਹੈ, ਇੱਕ ਤਾਂ ਇਹ ਪੱਖ ਹੈ। ਗੁਰਬਾਣੀ ਨੇ ਦੂਜਾ ਵੀ ਕਿਹਾ ਕਿ ਮੈਂ ਹਾਂ ਹੀ ਉਹ, ਉਹਦਾ ਕਰਕੇ ਹੀ ਮੈਂ ਹਾਂ। ਇਹਨੂੰ ਕਿੰਨੇ ਸੋਹਣੇ ਸ਼ਬਦਾਂ ਵਿੱਚ ਭਗਤ ਰਵਿਦਾਸ ਜੀ ਨੇ ਕਿਹਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਤੈਸਾ। ਪਾਣੀ ਤੇ ਉੱਠਦੀ ਹੋਈ ਛਲ ਲਹਿਰ, ਦੋ ਵੱਖਰੀਆਂ ਚੀਜ਼ਾਂ ਤੇ ਨਹੀਂ ਹੁੰਦੀ, ਪਰ ਉਹ ਹਵਾ ਦੇ ਵੇਗ ਨਾਲ ਉਹਦਾ ਇੱਕ ਰੂਪ ਵੱਖਰਾ ਬਣ ਜਾਂਦਾ ਹੈ।
ਉਹਦੀ ਘਾੜਤ ਪਾਣੀ ਦੀ ਵੱਖਰੀ ਬਣ ਜਾਂਦੀ, ਇਸ ਕਰਕੇ ਆਪਾਂ ਉਹਨੂੰ ਲਹਿਰ, ਛਲ, ਪਾਣੀ ਦੀ ਵੇਵ ਕਹਿ ਦਿੰਦੇ ਹਾਂ। ਪਰ ਉਹ ਜਿੱਥੋਂ ਉਪਜੀ ਹੁੰਦੀ ਹੈ, ਮਿਲਣਾ ਉਹਨੇ ਉੱਥੇ ਹੀ ਹੁੰਦਾ, ਅਤੇ ਉਹਦਾ ਵਜੂਦ ਵੀ ਸਮੁੰਦਰ ਕਰਕੇ, ਬਾਕੀ ਪਾਣੀ ਕਰਕੇ ਹੀ ਹੁੰਦਾ। ਇਸ ਲਈ ਦੋ ਸ਼ਬਦ ਵਰਤੇ ਬਾਬਾ ਫਰੀਦ ਸਾਹਿਬ ਨੇ, ਫਰੀਦਾ ਖਾਲਕ ਖਲਕ ਮੈਂ, ਅਤੇ ਅਗਲਾ ਲਫ਼ਜ਼ ਕੀ ਹੈ? ਖਲਕ ਵਸੈ ਰੱਬ ਮਾਏ। ਖਲਕਤ ਰੱਬ ਵਿੱਚ ਹੀ ਜੀ ਰਹੀ ਹੈ ਅਤੇ ਰੱਬ ਸਾਡੇ ਸਭਨਾਂ ਵਿੱਚ। ਇਸੇ ਨੂੰ ਭਗਤ ਨਾਮਦੇਵ ਸਾਹਿਬ ਓਤ ਪੋਤ ਪ੍ਰਭ ਸੋਈ ਲਿਖਦੇ ਨੇ। ਤੋ ਸਤਿਗੁਰੂ ਫਰਮਾਉਂਦੇ ਨੇ, ਨਿਸ ਬਾਸੁਰ ਭਜ ਤਾਹੇ ਮੀਤ, ਦਿਨ ਰਾਤ, ਭਾਵ ਹਰ ਵੇਲੇ, ਕੰਟੀਨਿਊ। ਜਦੋਂ ਦਿਨ ਰਾਤ ਦੀ ਗੱਲ ਆਵੇ, ਸਾਹ ਸਾਹ ਦੀ ਗੱਲ ਆਵੇ, ਉਹਦਾ ਮਤਲਬ ਹੁੰਦਾ ਵੀ ਕੰਟੀਨਿਊ, ਲਗਾਤਾਰ, ਬਿਨਾਂ ਗੈਪ ਤੋਂ, ਬਿਨਾਂ ਫਰਕ ਤੋਂ। ਭਜ ਯਾਦ ਰੱਖ, ਸਿਮਰ ਤਾਹੇ ਤਿਸ ਨੂੰ, ਉਸ ਪਰਮੇਸ਼ਰ ਨੂੰ, ਮੀਤ ਹੈ ਮੇਰੇ ਮਿੱਤਰ, ਬਾਰ ਅੰਤ ਕੀ ਹੋਏ ਸਹਾਏ, ਓੜਕ ਨੂੰ। ਅੰਤ ਬਾਰ ਦਾ ਮਤਲਬ ਹੁੰਦਾ ਹੈ ਓੜਕ ਨੂੰ। ਸਹਾਇਕ ਤੇਰੀ ਇੱਕੋ ਹੀ ਚੀਜ਼ ਹੈ, ਇੱਕੋ ਹੀ ਆਸਰਾ ਹੈ ਤੇਰਾ, ਇੱਕੋ ਹੀ ਆਧਾਰ ਹੈ। ਕਹੋ ਨਾਨਕ ਗੁਣ ਤਾ ਕੇ ਗਾਏ। ਇਸ ਲਈ ਉਸ ਪਰਮੇਸ਼ਰ ਦੇ ਹੀ ਗੁਣ ਸਦਾ ਵਾਸਤੇ ਗਾ, ਭਾਵ ਉਸ ਦੀ ਸਿਫਤ ਸਲਾਹ, ਉਸ ਦੀ ਵਡਿਆਈ ਨਾਲ ਜੁੜ। ਸਾਹਿਬ ਸਤਿਗੁਰੂ ਕਿਰਪਾ ਕਰਨ, ਇਹ ਮੁਬਾਰਕ ਸ਼ਬਦ ਦਾ ਤਤ ਭਾਵ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।